नमस्कार दोस्तों, ਅੱਜ ਅਸੀਂ ਗੱਲ ਕਰਾਂਗੇ ਭਖ ਰਹੇ ਮੁੱਦੇ ਯਾਨੀ ਕਿ ਪੰਚਾਇਤੀ ਚੋਣਾਂ ਦਸੰਬਰ 2018 ਬਾਰੇ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 30 ਦਸੰਬਰ 2018 ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਇਹਨਾਂ ਚੋਣਾਂ ਨੂੰ ਨੇਪਰੇ ਚਾੜਨ ਜਾਂ ਕਹਿ ਲਈਏ ਸਫਲਤਾਪੂਰਵਕ ਨੇਪਰੇ ਚਾੜਨ ਦੀ ਜ਼ਿੰਮੇਵਾਰੀ ਮੁਲਾਜ਼ਮ ਵਰਗ ਤੇ ਹੈ। ਤਾਂ ਇਸ ਲਈ ਅਸੀਂ ਇੱਕ ਵੀਡੀਓ ਬਣਾਈ ਹੈ ਜੋ ਕਿ ਇਸ ਸੰਬੰਧੀ ਮੁਲਾਜ਼ਮਾਂ ਦੀ ਸਹਾਇਤਾ ਕਰੇਗੀ ਅਤੇ ਚੋਣਾਂ ਦੇ ਕੰਮ ਨੂੰ ਜਾਂ ਕਹਿ ਲਈਏ ਕਿ ਚੋਣਾਂ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿੱਚ ਸਾਨੂੰ ਜਾਣਕਾਰੀ ਮੁਹੱਈਆ ਕਰਵਾਵੇਗੀ। ਤਾਂ ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਆਓ ਜਾਣੀਏ ਪੰਚਾਇਤੀ ਚੋਣਾਂ ਸੰਬੰਧੀ ਕੁਝ ਨੁਕਤਿਆਂ ਬਾਰੇ। ਇਸ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਨੰਬਰ 1 ਪੋਲਿੰਗ ਲਈ ਜ਼ਰੂਰੀ ਸਮਾਨ, ਪੋਲਿੰਗ ਤੋਂ ਇੱਕ ਦਿਨ ਪਹਿਲਾਂ ਲਈ ਅਤੀ ਜ਼ਰੂਰੀ ਗੱਲਾਂ, ਨੰਬਰ 3 ਪੋਲਿੰਗ ਵਾਲੇ ਦਿਨ ਲਈ ਅਹਿਮ ਨੁਕਤੇ, ਨੰਬਰ 4 ਸਭ ਤੋਂ ਮਹੱਤਵਪੂਰਨ ਜੋ ਕਿ ਹੈ ਵੋਟਾਂ ਦੀ ਗਿਣਤੀ ਲਈ ਨੁਕਤੇ। ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਹੈ ਕਿ ਚੋਣ ਕਮਿਸ਼ਨ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਨ ਲਈ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸਾਨੂੰ ਕੁਝ ਸਮਾਨ ਮੁਹੱਈਆ ਕਰਵਾਵੇਗਾ, ਪਰ ਫਿਰ ਵੀ ਕੁਝ ਸਮਾਨ ਅਜਿਹਾ ਹੈ ਜੋ ਜੇਕਰ ਅਸੀਂ ਘਰ ਤੋਂ ਲੈ ਜਾਈਏ ਤਾਂ ਚੋਣ ਪ੍ਰਕਿਰਿਆ ਨੂੰ ਆਸਾਨੀ ਨਾਲ ਨੇਪਰੇ ਚਾੜਨ ਲਈ ਸਾਡੀ ਸਹਾਇਤਾ ਕਰੇਗਾ। ਉਹਨਾਂ ਵਿੱਚ ਸਭ ਤੋਂ ਪਹਿਲਾਂ ਹੈ ਪੁਰਸ਼ ਇਸਤਰੀ ਦੀ ਗਿਣਤੀ ਲਈ ਗਿਣਤੀ ਲਿਖੇ ਕੁਝ ਪੇਜ। ਚੋਣ ਕਮਿਸ਼ਨ ਦੁਆਰਾ ਯਾਨੀ ਕਿ ਵਿਭਾਗ ਦੁਆਰਾ ਸਾਨੂੰ 2 ਘੰਟੇ ਬਾਅਦ ਜਾਂ ਕੁਝ 1 ਘੰਟੇ ਬਾਅਦ ਇਹ ਪੁੱਛਿਆ ਜਾਂਦਾ ਹੈ ਕਿ ਹੁਣ ਕਿੰਨੇ ਪੁਰਸ਼ ਜਾਂ ਇਸਤਰੀਆਂ ਵੋਟ ਪਾ ਚੁੱਕੀਆਂ ਹਨ ਜਾਂ ਭੁਗਤਾ ਚੁੱਕੀਆਂ ਹਨ। ਇਸ ਸੰਬੰਧੀ ਅਸੀਂ ਇਸ ਗਿਣਤੀ ਲਿਖੇ ਪੇਜ ਨੂੰ ਲੈ ਕੇ ਜਾ ਸਕਦੇ ਹਾਂ, ਜਿਸ ਤੇ ਅਸੀਂ ਇਹ ਟਿਕ ਲਗਾਵਾਂਗੇ ਕਿ ਕਿੰਨੇ ਪੁਰਸ਼ ਤੇ ਇਸਤਰੀਆਂ ਵੋਟ ਪਾ ਚੁੱਕੇ ਹਨ। ਦੂਸਰਾ, ਇਸ ਵਾਰ ਸਰਪੰਚੀ ਦੀਆਂ ਅਤੇ ਪੰਚ ਦੀਆਂ ਚੋਣਾਂ ਹੋਣੀਆਂ ਹਨ, ਤਾਂ ਸਰਪੰਚ ਵਾਲੇ ਬੈਲਟ ਬਕਸੇ ਤੇ ਗੁਲਾਬੀ ਰੰਗ ਅਤੇ ਪੰਚ ਵਾਲੇ ਬੈਲਟ ਬਕਸੇ ਤੇ ਸਫੈਦ ਰੰਗ ਦਾ ਚਾਰਟ ਜਾਂ ਪੇਜ ਚਿਪਕਾਉਣ ਲਈ ਅਸੀਂ ਘਰ ਤੋਂ ਗੁਲਾਬੀ ਅਤੇ ਸਫੈਦ ਰੰਗ ਦੇ ਚਾਰਟ ਜਾਂ ਪੇਜ ਲੈ ਕੇ ਜਾਣੇ ਹਨ। ਅਗਲਾ ਹੈ ਕਟੋਰੀ। ਅਮਿੱਟ ਸਿਆਹੀ ਦੀ ਸੀਸੀ ਨੂੰ ਰੱਖਣ ਦੇ ਲਈ ਅਸੀਂ ਕਟੋਰੀ ਦੀ ਵਰਤੋਂ ਕਰ ਸਕਦੇ ਹਾਂ। ਕਟੋਰੀ ਦੇ ਵਿੱਚ ਮਿੱਟੀ ਪਾ ਕੇ ਉਸ ਦੇ ਵਿੱਚ ਰੱਖੀ ਜਾ ਸਕਦੀ ਹੈ ਤਾਂ ਕਿ ਇਹ ਡੁੱਲ ਨਾ ਜਾਵੇ। ਅਗਲਾ ਹੈ ਬੈਟਰੀ, ਜੋ ਕਿ ਬਿਜਲੀ ਉਪਲਬਧ ਨਾ ਹੋਣ ਦੀ ਹਾਲਤ ਦੇ ਵਿੱਚ ਸਾਡੇ ਕੰਮ ਆਵੇਗੀ। ਅਗਲਾ ਹੈ ਜਿੰਦਰਾ, ਜੋ ਕਮਰੇ ਤੋਂ ਬਾਹਰ ਜਾਣ ਲੱਗੇ ਸਮਾਨ ਦੀ ਰਖਵਾਲੀ ਲਈ ਸਾਨੂੰ ਲਗਾਉਣਾ ਜ਼ਰੂਰੀ ਹੈ। ਚੋਣ ਕਮਿਸ਼ਨ ਦੁਆਰਾ ਸਾਨੂੰ ਇੱਕ ਸਟੈਂਪ ਪੈਡ ਦਿੱਤੀ ਜਾਂਦੀ ਹੈ, ਪਰ ਅਕਸਰ 2 ਪੀਓ ਅਫਸਰਸ ਦੇ ਕੋਲ 2 ਪੈਡਾਂ ਦੀ ਲੋੜ ਹੁੰਦੀ ਹੈ। ਤਾਂ ਚੋਣ ਪ੍ਰਕਿਰਿਆ ਨੂੰ ਸਹੀ ਨੇਪਰੇ ਚਾੜਨ ਲਈ ਅਸੀਂ ਇੱਕ ਸਟੈਂਪ ਪੈਡ ਘਰ ਤੋਂ ਲੈ ਜਾਈਏ ਤਾਂ ਆਸਾਨੀ ਹੋਵੇਗੀ। ਇਸ ਤੋਂ ਬਾਅਦ ਖਾਕੀ ਜਾਂ ਪੀਲੇ ਖਾਲੀ ਲਿਫਾਫੇ ਵੀ ਲੈ ਕੇ ਜਾ ਸਕਦੇ ਹਾਂ, ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜੋ ਲਿਫਾਫੇ ਵਿਭਾਗ ਵੱਲੋਂ ਸਾਨੂੰ ਦਿੱਤੇ ਜਾਂਦੇ ਹਨ ਉਹ ਘਟ ਜਾਂਦੇ ਹਨ, ਤਾਂ ਇਹਨਾਂ ਲਿਫਾਫਿਆਂ ਨੂੰ ਲੋੜ ਪੈਣ ਤੇ ਅਸੀਂ ਵਰਤ ਸਕਦੇ ਹਾਂ। ਇਸ ਤੋਂ ਬਾਅਦ ਹੈ ਰੱਸੀ, ਸਟੈਪਲਰ, ਫੈਵੀਕੋਲ ਦੀ ਵਰਤੋਂ ਅਸੀਂ ਲਿਫਾਫਿਆਂ ਨੂੰ ਬੰਦ ਕਰਨ ਵੇਲੇ ਸੀਲ ਲਾਉਣ ਤੋਂ ਪਹਿਲਾਂ ਪ੍ਰਯੋਗ ਕਰ ਸਕਦੇ ਹਾਂ। ਅਕਸਰ ਦੇਖਿਆ ਜਾਂਦਾ ਹੈ ਕਿ ਜੋ ਲਾਖ ਅਸੀਂ ਲਗਾਉਂਦੇ ਹਾਂ ਉਹ ਉੱਤਰ ਜਾਂਦੀ ਹੈ, ਤਾਂ ਇਹ ਬਹੁਤ ਵਧੀਆ ਤਜਰਬਾ ਹੈ ਕਿ ਲਾਖ ਲਾਉਣ ਤੋਂ ਪਹਿਲਾਂ ਲਿਫਾਫਿਆਂ ਨੂੰ ਫੈਵੀਕੋਲ ਜਾਂ ਗੂੰਦ ਨਾਲ ਚਿਪਕਾ ਦਿੱਤਾ ਜਾਵੇ, ਤਾਂ ਉਹਨਾਂ ਦੀ ਲੱਗੀ ਹੋਈ ਲਾਖ ਨਹੀਂ ਉੱਤਰਦੀ। ਅਗਲਾ ਹੈ ਸਕੇਲ। ਵਿਭਾਗ ਵੱਲੋਂ ਸਾਨੂੰ ਇੱਕ ਵੱਡਾ ਲੋਹੇ ਦਾ ਸਕੇਲ ਦਿੱਤਾ ਜਾਂਦਾ ਹੈ, ਪਰ ਦੇਖਣ ਵਿੱਚ ਆਇਆ ਹੈ ਕਿ ਸਾਨੂੰ ਘੱਟੋ ਘੱਟ 2 ਸਕੇਲਾਂ ਜਾਂ ਫੁੱਟਿਆਂ ਦੀ ਲੋੜ ਪੈਂਦੀ ਹੈ, ਕਿਉਂਕਿ ਇੱਕ ਸਕੇਲ ਸਰਪੰਚ ਦੀ ਪਰਚੀ ਪਾੜਨ ਲਈ, ਇੱਕ ਪੰਚ ਦੀ ਪਰਚੀ ਪਾੜਨ ਲਈ ਚਾਹੀਦਾ ਹੁੰਦਾ ਹੈ। ਇਸ ਤੋਂ ਬਾਅਦ ਗੁੱਤ ਰਬੜਾਂ, ਮਾਚਿਸ, ਮੋਮਬੱਤੀ ਅਤੇ ਕੁਝ ਨੀਲੇ ਪੈਨ। ਅਕਸਰ ਜਦੋਂ ਕੋਈ ਵੋਟਰ ਵੋਟ ਪਾਉਣ ਆਉਂਦਾ ਹੈ ਤਾਂ ਉਹ ਸਾਈਨ ਕਰਨ ਲਈ ਪੈਨ ਦੀ ਮੰਗ ਕਰਦਾ ਹੈ, ਪਰ ਸਾਡੇ ਕੋਲ ਇੱਕ ਪੈਨ ਹੀ ਹੋਣ ਕਾਰਨ ਅਸੀਂ ਉਸ ਨੂੰ ਪੈਨ ਨਹੀਂ ਦੇ ਪਾਉਂਦੇ, ਜਾਂ ਕਈ ਵਾਰ ਵੋਟਰ ਸਾਡਾ ਪੈਨ ਨਾਲ ਹੀ ਲੈ ਜਾਂਦਾ ਹੈ, ਤਾਂ ਸਾਨੂੰ ਉੱਥੇ ਸਮੱਸਿਆ ਖੜੀ ਹੋ ਜਾਂਦੀ ਹੈ। ਇਸ ਲਈ ਚੰਗਾ ਰਹੇਗਾ ਕਿ ਅਸੀਂ 2-3 ਜਾਂ ਇਸ ਤੋਂ ਵੱਧ ਵੀ ਪੈਨ ਲੈ ਕੇ ਜਾਈਏ। ਇਸ ਤੋਂ ਬਾਅਦ ਸੈਲੋ ਟੇਪ, ਬੋਲਡ ਪਰਮਾਨੈਂਟ ਮਾਰਕਰ, ਜੋ ਕਿ ਕਮਰੇ ਦੇ ਬਾਹਰ ਕੁਝ ਲਿਖਣ ਲਈ ਐਂਟਰ, ਇਨ ਜਾਂ ਆਊਟ, ਜਾਂ ਫਿਰ ਲਿਫਾਫਿਆਂ ਤੇ ਪਤਾ ਲਿਖਣ ਲਈ ਅਸੀਂ ਵਰਤੋਂ ਵਿੱਚ ਲਿਆ ਸਕਦੇ ਹਾਂ। ਪੋਲਿੰਗ ਦਾ ਸਮਾਨ ਲੈਣ ਸਮੇਂ ਧਿਆਨ ਦੇਣ ਵਾਲੀਆਂ ਕੁਝ ਜ਼ਰੂਰੀ ਗੱਲਾਂ। ਸਭ ਤੋਂ ਜ਼ਰੂਰੀ ਹੈ ਬੈਲਟ ਪੇਪਰਾਂ ਦੀ ਗਿਣਤੀ। ਜਿਸ ਉੱਪਰ ਵੋਟਰ ਨੇ ਮੋਹਰ ਲਗਾਉਣੀ ਹੈ
ਇਹ ਯਕੀਨੀ ਬਣਾਇਆ ਜਾਵੇ ਕਿ ਬੈਲਟ ਪੇਪਰਾਂ ਦੀ ਗਿਣਤੀ ਦਿੱਤੇ ਗਏ ਰਿਕਾਰਡ ਅਨੁਸਾਰ ਸਹੀ ਹੈ। ਇਸ ਲਈ ਇਕੱਲਾ ਬੈਲਟ ਪੇਪਰ ਜ਼ਰੂਰ ਗਿਣ ਲਿਆ ਜਾਵੇ, ਕਿਉਂਕਿ ਬੈਲਟ ਪੇਪਰਾਂ ਦੀ ਗਿਣਤੀ ਘੱਟ ਹੋਣ ਤੇ ਜਾਂ ਕੋਈ ਬੈਲਟ ਪੇਪਰ ਵਿੱਚੋਂ ਮਿਸ ਹੋਣ ਤੇ ਸਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਸਰਾ ਹੈ ਵੋਟਰ ਸੂਚੀਆਂ ਚੈੱਕ ਕਰਨਾ। ਮਾਰਕਡ ਅਤੇ ਅਨਮਾਰਕਡ ਇਹਨਾਂ ਚੋਣਾਂ ਵਿੱਚ ਆਪ ਜੀ ਨੂੰ ਕੁਝ ਵਾਰਡ ਅਲਾਟ ਕੀਤੇ ਜਾਣਗੇ। ਇਹ ਯਕੀਨੀ ਬਣਾਇਆ ਜਾਵੇ ਕਿ ਆਪ ਜੀ ਨੂੰ ਸੰਬੰਧਿਤ ਵਾਰਡ ਦੀ ਹੀ ਵੋਟਰ ਸੂਚੀ ਮਿਲੀ ਹੈ। ਤੀਸਰਾ, ਚੈੱਕ ਲਿਸਟ ਨਾਲ ਬਾਕੀ ਸਮਾਨ ਦਾ ਮਿਲਾਨ ਕਰਨਾ। ਆਪ ਜੀ ਨੂੰ ਇੱਕ ਚੈੱਕ ਲਿਸਟ ਦਿੱਤੀ ਜਾਵੇਗੀ ਜਿਸ ਵਿੱਚ ਆਪ ਜੀ ਨੂੰ ਜਾਰੀ ਕੀਤੇ ਸਮਾਨ ਦੀ ਗਿਣਤੀ ਕਰਨੀ ਹੋਵੇਗੀ। ਉਸ ਅਨੁਸਾਰ ਸਮਾਨ ਦਾ ਮਿਲਾਨ ਕਰ ਲਓ ਅਤੇ ਸਮਾਨ ਘਟਣ ਦੀ ਹਾਲਤ ਵਿੱਚ ਹੋਰ ਸਮਾਨ ਪ੍ਰਾਪਤ ਕਰ ਲਓ। ਜਿਸ ਤਰ੍ਹਾਂ ਇਸ ਵਿੱਚ ਸਾਨੂੰ ਦਿੱਤੇ ਗਏ ਸਮਾਨ ਦੀ ਗਿਣਤੀ ਤੇ ਉਸ ਦਾ ਨਾਮ ਲਿਖਿਆ ਹੁੰਦਾ ਹੈ, ਅਸੀਂ ਆਪਣੇ ਪ੍ਰਾਪਤ ਸਮਾਨ ਦਾ ਇਸ ਨਾਲ ਮਿਲਾਨ ਕਰ ਸਕਦੇ ਹਾਂ। ਇਸ ਤੋਂ ਬਾਅਦ ਹੈ ਬੈਲਟ ਬਕਸੇ ਨੂੰ ਚੈੱਕ ਕਰਨਾ। ਇਹ ਯਕੀਨੀ ਬਣਾਇਆ ਜਾਵੇ ਕਿ ਜੋ ਬੈਲਟ ਬਕਸੇ ਆਪ ਜੀ ਨੂੰ ਪ੍ਰਾਪਤ ਹੋਏ ਹਨ ਕਿ ਉਹ ਸਹੀ ਕੰਮ ਕਰ ਰਹੇ ਹਨ। ਇਸ ਲਈ ਆਪ ਜੀ ਉਸ ਨੂੰ ਖੋਲ੍ਹ ਕੇ ਅਤੇ ਬੰਦ ਕਰਕੇ ਜ਼ਰੂਰ ਦੇਖੋ। ਅੱਗੇ ਹੈ ਪੋਲਿੰਗ ਬੂਥ ਤੇ ਪਹੁੰਚ ਕੇ ਪੋਲਿੰਗ ਕੰਪਾਰਟਮੈਂਟ ਦਾ ਪ੍ਰਬੰਧ। ਨੰਬਰ 1, ਸਭ ਤੋਂ ਪਹਿਲਾਂ VOTING ਕੰਪਾਰਟਮੈਂਟ ਦਾ ਪ੍ਰਬੰਧ ਕਰ ਲਿਆ ਜਾਵੇ। ਇਸ ਲਈ ਰੋਸ਼ਨੀ ਦਾ ਪ੍ਰਬੰਧ ਜੇਕਰ ਨਾ ਹੋਵੇ ਤਾਂ ਉਹ ਵੀ ਕਰ ਲਿਆ ਜਾਵੇ। ਇਸ ਦੇ ਨਾਲ ਹੀ PRO, APRO ਅਤੇ PO ਦੇ ਬੈਠਣ ਦਾ ਸਥਾਨ, ਵੋਟਰਾਂ ਦੇ ਆਉਣ ਜਾਣ ਦੇ ਰਸਤਾ ਵੀ ਨਿਸ਼ਚਿਤ ਕਰ ਲਿਆ ਜਾਵੇ। ਨੰਬਰ 2, ਲਿਫਾਫਿਆਂ ਨੂੰ ਸੀਲ ਕਰਨਾ। ਸਮਾਨ ਵਾਪਸ ਕਰਨ ਵਾਲੀ ਲਿਸਟ ਵਿੱਚੋਂ ਚੈੱਕ ਕਰਕੇ ਸੀਲ ਲਗਾਉਣ ਯੋਗ ਲਿਫਾਫਿਆਂ ਨੂੰ ਕੇਵਲ ਮੂੰਹ ਖੁੱਲ੍ਹਾ ਛੱਡ ਕੇ ਸੀਲ ਲਗਾ ਲਓ। ਲਿਫਾਫੇ ਘੱਟ ਹੋਣ ਦੀ ਸੂਰਤ ਵਿੱਚ ਨਾਲ ਲਿਆਂਦੇ ਲਿਫਾਫਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਬਾਅਦ ਹੈ ਪੋਸਟਰ ਚਿਪਕਾਉਣਾ। ਸਰਪੰਚ ਦੀ ਚੋਣ ਵਾਲੇ ਬਕਸੇ ਉੱਪਰ ਗੁਲਾਬੀ ਤੇ ਪੰਚ ਦੀ ਚੋਣ ਵਾਲੇ ਬਕਸੇ ਉੱਪਰ ਸਫੈਦ ਰੰਗ ਦਾ ਕਾਗਜ਼ ਜਾਂ ਪੋਸਟਰ ਜਾਂ ਚਾਰਟ ਚਿਪਕਾ ਦਿੱਤਾ ਜਾਵੇ। ਇਸ ਦੇ ਨਾਲ ਹੀ ਐਂਟਰੀ ਗੇਟ ਉੱਪਰ ਆਪਣੇ ਬੂਥ ਅਧੀਨ ਆਉਂਦੇ ਵਾਰਡਾਂ ਦੇ ਨੰਬਰ ਜ਼ਰੂਰ ਲਿਖ ਦਿੱਤੇ ਜਾਣ ਤਾਂ ਕਿ ਵੋਟਰਾਂ ਨੂੰ ਇਹ ਜਾਣਕਾਰੀ ਮਿਲ ਜਾਵੇ ਕਿ ਇਸ ਤੇ ਕਿਸ ਬੂਥ ਵਿੱਚ ਕਿਹੜੇ ਵਾਰਡਾਂ ਦੀਆਂ ਵੋਟਾਂ ਪਵਾਈਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਹੈ ਏਜੰਟਾਂ ਨਾਲ ਮੀਟਿੰਗ। ਉਮੀਦਵਾਰ ਦੇ ਏਜੰਟਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਏਜੰਟ ਫਾਰਮ ਜਾਰੀ ਕਰ ਦਿੱਤੇ ਜਾਣ। ਏਜੰਟਾਂ ਨੂੰ ਸਵੇਰੇ ਸਮੇਂ ਅਨੁਸਾਰ ਆਉਣ ਦੀ ਹਦਾਇਤ ਕਰ ਦਿੱਤੀ ਜਾਵੇ ਤਾਂ ਕਿ VOTING ਦਾ ਕੰਮ ਸਮੇਂ ਸਿਰ ਸ਼ੁਰੂ ਹੋ ਸਕੇ। ਇਸ ਤੋਂ ਬਾਅਦ ਏਜੰਟਾਂ ਦੇ ਮੋਬਾਈਲ ਨੰਬਰ ਵੀ ਨੋਟ ਕਰ ਲਏ ਜਾਣ। ਇਹ ਤਸਵੀਰ ਜੋ ਦੇਖ ਰਹੇ ਹਾਂ, ਇਹ ਤਸਵੀਰ ਹੈ ਏਜੰਟ ਨਿਯੁਕਤੀ ਫਾਰਮ ਦੀ। ਇਸ ਤੋਂ ਬਾਅਦ ਹੈ ਬੈਲਟ ਪੇਪਰਾਂ ਤੇ ਦਸਤਖਤ ਕਰਨੇ। ਕੁੱਲ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਲਗਭਗ ਅੱਧੇ ਬੈਲਟ ਪੇਪਰ ਜਾਂ ਇਸ ਤੋਂ ਕੁਝ ਜ਼ਿਆਦਾ ਬੈਲਟ ਪੇਪਰਾਂ ਤੇ ਦਸਤਖਤ ਕਰਕੇ ਰੱਖ ਲਵੋ। ਬੈਲਟ ਪੇਪਰਾਂ ਤੇ PRO ਦੇ ਦਸਤਖਤ ਜ਼ਰੂਰੀ ਹੁੰਦੇ ਹਨ। ਅਗਲਾ ਹੈ ਏਜੰਟਾਂ ਦੀ ਚੋਣ ਜਾਂ ਨਿਯੁਕਤੀ। ਜੇਕਰ ਹੋ ਸਕੇ ਤਾਂ ਇੱਕ ਉਮੀਦਵਾਰ ਦਾ ਇੱਕ ਹੀ ਏਜੰਟ ਨਿਯੁਕਤ ਕਰੋ, ਕਿਉਂਕਿ ਅਕਸਰ ਏਜੰਟ ਵਾਰੀ ਬਦਲਣ ਦੇ ਬਹਾਨੇ ਨਾਲ ਆਪਣੀ ਥਾਂ ਤੇ ਕਿਸੇ ਹੋਰ ਵਿਅਕਤੀ ਨੂੰ ਭੇਜ ਦਿੰਦੇ ਹਨ ਅਤੇ ਬਾਅਦ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਕਤ ਵਿਅਕਤੀ ਮੇਰੇ ਉਮੀਦਵਾਰ ਦਾ ਨਹੀਂ ਸੀ। ਏਜੰਟਾਂ ਨੂੰ ਐਂਟਰੀ ਪਾਸ ਜਾਰੀ ਕਰਨੇ। ਏਜੰਟਾਂ ਨੂੰ ਐਂਟਰੀ ਪਾਸ ਜਾਰੀ ਕਰ ਦਿੱਤੇ ਜਾਣ। ਇਸ ਐਂਟਰੀ ਪਾਸ ਉੱਪਰ ਸੰਬੰਧਿਤ ਏਜੰਟ ਦਾ ਨਾਮ ਲਿਖਿਆ ਹੁੰਦਾ ਹੈ। ਇਹ ਤਸਵੀਰ ਐਂਟਰੀ ਪਾਸ ਦੀ ਹੈ ਜੋ ਕਿ ਅਸੀਂ ਏਜੰਟਾਂ ਨੂੰ ਦੇਣਾ ਹੁੰਦਾ ਹੈ। ਅਗਲਾ ਹੈ ਫਾਰਮਾਂ ਨੂੰ ਭਰਨਾ। ਪ੍ਰੈਜ਼ਾਈਡਿੰਗ ਡਾਇਰੀ ਅਤੇ ਇਸ ਦੇ ਨਾਲ ਕੁਝ ਹੋਰ ਫਾਰਮ ਪਹਿਲਾਂ ਹੀ ਭਰ ਕੇ ਰੱਖ ਲਓ। ਬੈਲਟ ਪੇਪਰਾਂ ਦੀ ਗਿਣਤੀ ਅਤੇ ਲੜੀ ਨੰਬਰ, ਸੀਲਾਂ ਦੀ ਗਿਣਤੀ ਅਤੇ ਲੜੀ ਨੰਬਰ, ਐਡਰੈਸ ਟੈਗ ਦੇ ਨੰਬਰ ਅਤੇ ਗਿਣਤੀ, ਕੁੱਲ ਵੋਟਾਂ ਆਦਿ ਪਹਿਲਾਂ ਹੀ ਭਰ ਕੇ ਰੱਖ ਲਓ। ਡਸਟਬਿਨ ਦਾ ਪ੍ਰਬੰਧ ਕਰਨਾ। ਵਾਧੂ ਸਮਾਨ ਜਿਵੇਂ ਖਾਲੀ ਸ਼ੀਸ਼ੀ, ਨਾ ਵਰਤੋਂਯੋਗ ਸਮਾਨ, ਫਾਲਤੂ ਕਾਗਜ਼ ਆਦਿ ਪਾਉਣ ਲਈ ਇੱਕ ਡਸਟਬਿਨ ਦਾ ਪ੍ਰਬੰਧ ਕਰ ਲਿਆ ਜਾਵੇ ਤਾਂ ਕਿ ਪੋਲਿੰਗ ਵਾਲਾ ਕਮਰਾ ਸੋਹਣਾ ਤੇ ਸੁਚੱਜਾ ਲੱਗੇ।
ਚੋਣਾਂ ਵਾਲੇ ਦਿਨ ਸਭ ਤੋਂ ਪਹਿਲਾਂ ਬਕਸਿਆਂ ਨੂੰ ਸੀਲ ਕਰਕੇ VOTING ਸ਼ੁਰੂ ਕਰਨਾ। ਚੋਣਾਂ ਪੋਲਿੰਗ ਵਾਲੇ ਦਿਨ ਏਜੰਟਾਂ ਨੂੰ ਖਾਲੀ ਬਕਸੇ ਦਿਖਾ ਕੇ ਚੈੱਕ ਕਰਵਾ ਕੇ ਪੇਪਰ ਸੀਲ ਲਗਾ ਲਈ ਜਾਵੇ। ਇਸ ਤੋਂ ਬਾਅਦ ਇਹਨਾਂ ਸੀਲਾਂ ਉੱਪਰ ਏਜੰਟਾਂ ਦੇ ਦਸਤਖਤ ਵੀ ਕਰਵਾ ਲਏ ਜਾਣ। ਇਸ ਤੋਂ ਬਾਅਦ ਐਡਰੈਸ ਟੈਗ ਲਗਾ ਕੇ ਬਕਸਿਆਂ ਨੂੰ ਸੀਲ ਕਰ ਦਿਓ। ਇਸ ਤੋਂ ਬਾਅਦ ਸਮਾਂ ਹੋਣ ਤੇ VOTING ਪ੍ਰਕਿਰਿਆ ਸ਼ੁਰੂ ਕਰ ਦਿਓ। ਅੱਗੇ ਹੈ ਕਿ ਪੋਲਿੰਗ ਸਟਾਫ ਕੀ ਕੰਮ ਕਰੇਗਾ। ਭਾਵ ਹੈ ਕਿ ਕਿਸ ਤਰੀਕੇ ਨਾਲ ਪੋਲਿੰਗ ਸਟਾਫ ਵਿੱਚ ਕੰਮਾਂ ਦੀ ਵੰਡ ਕਰਨੀ ਹੈ। ਪਹਿਲਾ ਪੋਲਿੰਗ ਅਫਸਰ ਜੋ ਮਾਰਕਡ ਵੋਟਰ ਸੂਚੀ ਹੈ ਉਸ ਦੇ ਵਿੱਚੋਂ ਵੋਟਰ ਦੀ ਪਹਿਚਾਣ ਕਰੇਗਾ। ਪਹਿਲਾ ਪੋਲਿੰਗ ਅਫਸਰ ਵੋਟਰ ਸੂਚੀ ਵਿੱਚ ਵੋਟਰ ਦੇ ਨਾਮ ਹੇਠਾਂ ਲਾਈਨ ਲਗਾਏਗਾ। ਜੇਕਰ ਵੋਟਰ ਇਸਤਰੀ ਹੈ ਤਾਂ ਟਿਕ ਵੀ ਲਗਾਏਗਾ। ਇਸ ਦੇ ਨਾਲ ਹੀ ਇਸ ਪੋਲਿੰਗ ਅਫਸਰ ਦੁਆਰਾ ਵੋਟਰ ਦੀ ਖੱਬੇ ਹੱਥ ਦੀ ਪਹਿਲੀ ਉਂਗਲ ਤੇ ਸਿਆਹੀ ਦਾ ਨਿਸ਼ਾਨ ਵੀ ਲਗਾ ਦਿੱਤਾ ਜਾਵੇ। ਦੂਸਰਾ ਪੋਲਿੰਗ ਅਫਸਰ ਸਰਪੰਚ ਦੀ ਚੋਣ ਲਈ ਵੋਟ ਪਰਚੀ ਦੇਵੇਗਾ। ਇੱਥੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਵੋਟ ਪਰਚੀ ਨੂੰ ਖੜੇ ਤਰੀਕੇ ਨਾਲ ਹੀ ਮੋੜਿਆ ਜਾਵੇ। ਵੋਟ ਪਰਚੀ ਨੂੰ ਨੀਚੇ ਵੱਲ ਨੂੰ ਮੋੜਨ ਤੇ ਜੋ ਨਿਸ਼ਾਨ ਇਸ ਤੇ ਲਗਾਇਆ ਗਿਆ ਹੈ ਉਹ ਦੂਸਰੇ ਉਮੀਦਵਾਰ ਦੇ ਨਿਸ਼ਾਨ ਤੇ ਲੱਗ ਸਕਦਾ ਹੈ। ਇਸ ਤਰ੍ਹਾਂ ਜੋ ਨਿਸ਼ਾਨ ਲੱਗਿਆ ਹੈ ਉਹ ਡਬਲ ਹੋ ਜਾਵੇਗਾ। ਤੀਸਰਾ ਪੋਲਿੰਗ ਅਫਸਰ ਪੰਚ ਦੀ ਚੋਣ ਲਈ ਵੋਟਰ ਪਰਚੀ ਦੇਵੇਗਾ ਤੇ ਉਸੇ ਤਰੀਕੇ ਨਾਲ ਵੋਟ ਪਰਚੀ ਨੂੰ ਖੜੇ ਤਰੀਕੇ ਨਾਲ ਮੋੜ ਕੇ ਵੋਟਰ ਨੂੰ ਦੇ ਦੇਵੇਗਾ। ਤੀਸਰੇ ਪੋਲਿੰਗ ਅਫਸਰ ਨੂੰ ਇਸ ਗੱਲ ਵੱਲ ਪੂਰਾ ਧਿਆਨ ਦੇਣਾ ਪਵੇਗਾ ਕਿ ਵੋਟਰ ਜਿਸ ਵਾਰਡ ਦਾ ਹੈ ਪੰਚ ਵਾਲੀ ਪਰਚੀ ਉਸ ਨੂੰ ਉਸੇ ਵਾਰਡ ਦੀ ਦਿੱਤੀ ਜਾਵੇ, ਕਿਉਂਕਿ ਇਨ੍ਹਾਂ ਚੋਣਾਂ ਵਿੱਚ ਵੱਖ-ਵੱਖ ਵਾਰਡਾਂ ਤੋਂ ਵੱਖ-ਵੱਖ ਪੰਚਾਂ ਦੀ ਚੋਣ ਹੋਣੀ ਹੈ। ਇਸ ਲਈ ਤੀਸਰੇ ਪੋਲਿੰਗ ਅਫਸਰ ਨੂੰ ਇਹ ਧਿਆਨ ਵਿੱਚ ਰੱਖਣਾ ਪਵੇਗਾ ਕਿ ਜੋ ਵੋਟ ਪਰਚੀ ਵੋਟਰ ਨੂੰ ਦਿੱਤੀ ਜਾ ਰਹੀ ਹੈ ਉਹ ਉਸ ਦੇ ਵਾਰਡ ਨਾਲ ਸੰਬੰਧਿਤ ਪੰਚ ਦੀ ਚੋਣ ਲਈ ਹੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਗਿਣਤੀ ਦੌਰਾਨ ਸਾਡੇ ਲਈ ਸਮੱਸਿਆ ਪੈਦਾ ਹੋ ਸਕਦੀ ਹੈ। ਚੌਥਾ ਪੋਲਿੰਗ ਅਫਸਰ ਯਾਨੀ ਕਿ APRO ਵੋਟਰ ਨੂੰ ਇਹ ਦੱਸੇਗਾ ਕਿ ਗੁਲਾਬੀ ਪਰਚੀ ਸਰਪੰਚ ਵਾਲੇ ਬੈਲਟ ਬਾਕਸ ਵਿੱਚ ਅਤੇ ਸਫੈਦ ਪਰਚੀ ਪੰਚ ਵਾਲੇ ਬੈਲਟ ਬਾਕਸ ਵਿੱਚ ਪਾਉਣੀ ਹੈ। ਇੱਥੇ APRO ਨੂੰ ਵੀ ਖਾਸ ਧਿਆਨ ਰੱਖਣਾ ਪਵੇਗਾ ਕਿ ਵੋਟਰ ਗਲਤ ਬਕਸੇ ਵਿੱਚ ਆਪਣੀ ਵੋਟਰ ਪਰਚੀ ਨਾ ਪਾ ਜਾਵੇ। ਇਸ ਨਾਲ ਗਿਣਤੀ ਦੌਰਾਨ ਸਮੱਸਿਆ ਪੈਦਾ ਹੋ ਸਕਦੀ ਹੈ। ਅੱਗੇ ਹੈ ਚੋਣ ਨਤੀਜਾ ਫਾਰਮ ਤੇ ਏਜੰਟਾਂ ਦੇ ਦਸਤਖਤ ਕਰਵਾਉਣੇ। PRO ਇਹ ਯਕੀਨੀ ਬਣਾ ਲਵੇ ਕਿ ਚੋਣ ਨਤੀਜੇ ਦੀ ਘੋਸ਼ਣਾ ਤੋਂ ਪਹਿਲਾਂ ਚੋਣ ਨਤੀਜੇ ਫਾਰਮ ਤੇ ਏਜੰਟਾਂ ਦੇ ਦਸਤਖਤ ਹੋ ਜਾਣ, ਕਿਉਂਕਿ ਕਈ ਵਾਰ ਗਿਣਤੀ ਦੌਰਾਨ ਝਗੜਾ ਹੋਣ ਤੇ ਏਜੰਟ ਚੋਣ ਨਤੀਜਾ ਫਾਰਮ ਤੇ ਦਸਤਖਤ ਕਰਦੇ ਹੀ ਨਹੀਂ। ਹੁਣ ਆਪਾਂ ਗੱਲ ਕਰਾਂਗੇ ਵੋਟਾਂ ਦੀ ਗਿਣਤੀ ਸੰਬੰਧੀ, ਜੋ ਕਿ ਇਨ੍ਹਾਂ ਚੋਣਾਂ ਦੌਰਾਨ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਹਰੇਕ ਗ੍ਰਾਮ ਪੰਚਾਇਤ ਦੀ ਚੋਣ ਲਈ ਨਿਯੁਕਤ ਕੀਤੇ ਪ੍ਰੈਜ਼ਾਈਡਿੰਗ ਅਫਸਰ ਨੂੰ ਉਸ ਗ੍ਰਾਮ ਪੰਚਾਇਤ ਦੀ ਚੋਣ ਲਈ ਰਿਟਰਨਿੰਗ ਅਫਸਰ ਵੀ ਨਿਯੁਕਤ ਕੀਤਾ ਜਾਵੇਗਾ। ਜੇ ਉਸ ਗ੍ਰਾਮ ਪੰਚਾਇਤ ਦੀ ਚੋਣ ਕਰਾਉਣ ਲਈ ਇੱਕ ਪੋਲਿੰਗ ਸਟੇਸ਼ਨ ਬਣਾਇਆ ਜਾਵੇ ਤਾਂ ਚੋਣ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨ ਤੇ ਹੀ ਕਰਕੇ ਉੱਥੇ ਹੀ ਰਿਟਰਨਿੰਗ ਅਫਸਰ ਵੱਲੋਂ ਚੋਣ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਪ੍ਰੈਜ਼ਾਈਡਿੰਗ ਅਫਸਰ ਨੂੰ RO ਬਣਾਇਆ ਜਾਵੇਗਾ ਅਤੇ ਉਸ ਦੇ ਦੁਆਰਾ ਹੀ ਵੋਟਾਂ ਦੀ ਗਿਣਤੀ ਕਰਵਾ ਕੇ ਚੋਣ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਜਦੋਂ ਸਾਰੇ ਹਾਜ਼ਰ ਵੋਟਰ ਆਪਣੀਆਂ ਵੋਟਾਂ ਪਾ ਚੁੱਕਣ ਤਾਂ ਪੋਲਿੰਗ ਕੰਪਾਰਟਮੈਂਟ ਵਿੱਚੋਂ ਬੈਲਟ ਬਕਸੇ ਬਾਹਰ ਲੈ ਆਓ ਅਤੇ ਉਸ ਦਾ ਨਿਰੀਖਣ ਕਰੋ ਅਤੇ ਇਹ ਤਸੱਲੀ ਕਰ ਲਈ ਜਾਵੇ ਕਿ ਬੈਲਟ ਬਕਸੇ ਅਤੇ ਉਹਨਾਂ ਨੂੰ ਲੱਗੀਆਂ ਸੀਲਾਂ ਠੀਕ ਹਨ। ਉਮੀਦਵਾਰਾਂ ਅਤੇ ਉਹਨਾਂ ਦੇ ਪੋਲਿੰਗ ਏਜੰਟਾਂ ਨੂੰ ਵੀ ਬੈਲਟ ਬਕਸਿਆਂ ਦਾ ਨਿਰੀਖਣ ਕਰਨ ਦੀ ਆਗਿਆ ਦਿਓ। ਚੋਣ ਮੁਕੰਮਲ ਕਰਨ ਤੋਂ ਤੁਰੰਤ ਪਿੱਛੋਂ ਪੋਲਿੰਗ ਸਟੇਸ਼ਨ ਤੇ ਹੀ ਗਿਣਤੀ ਕੀਤੀ ਜਾਵੇ। ਸਰਪੰਚ ਪੰਚਾਂ ਦੀ ਚੋਣ ਲਈ ਵੱਖੋ-ਵੱਖ ਰੰਗ ਦੀਆਂ ਵੋਟ ਪਰਚੀਆਂ ਵੱਖਰੀਆਂ-ਵੱਖਰੀਆਂ ਕਰ ਲਈਆਂ ਜਾਣ। ਉਹਨਾਂ ਦੀ ਗਿਣਤੀ ਕਰਕੇ
ਚੋਣ ਨਤੀਜੇ ਦਾ ਐਲਾਨ ਕੀਤਾ ਜਾਵੇ। ਇਹ ਚੋਣ ਨਤੀਜਾ ਲੇਖਾ ਫਾਰਮ ਨੰਬਰ 9 ਵਿੱਚ ਭਰਿਆ ਜਾਵੇਗਾ। ਇਹ ਪ੍ਰੋਸੈਸ ਜਿਸ ਪਿੰਡ ਵਿੱਚ ਕੇਵਲ ਇੱਕ ਹੀ ਬੂਥ ਹੈ ਉੱਥੇ ਬਣਾਇਆ ਜਾਵੇਗਾ। ਦੇਖਣ ਵਿੱਚ ਆਉਂਦਾ ਹੈ ਕਿ ਕਈ ਪਿੰਡਾਂ ਵਿੱਚ ਇੱਕ ਦੀ ਬਜਾਏ ਕਈ ਬੂਥ ਬਣਾਏ ਜਾਂਦੇ ਹਨ, ਤਾਂ ਉਸ ਗ੍ਰਾਮ ਪੰਚਾਇਤ ਦੀ ਚੋਣ ਲਈ ਕੇਵਲ ਇੱਕ ਪ੍ਰੈਜ਼ਾਈਡਿੰਗ ਅਫਸਰ ਨੂੰ ਹੀ ਰਿਟਰਨਿੰਗ ਅਫਸਰ ਭਾਵ ਆਰਓ ਨਿਯੁਕਤ ਕੀਤਾ ਜਾਵੇਗਾ ਅਤੇ ਬਾਕੀ ਦੇ ਪ੍ਰੈਜ਼ਾਈਡਿੰਗ ਅਫਸਰ ਕੇਵਲ ਪ੍ਰੈਜ਼ਾਈਡਿੰਗ ਅਫਸਰ ਹੀ ਰਹਿਣਗੇ। ਇਸ ਤੋਂ ਬਾਅਦ ਫਿਰ ਪ੍ਰੈਜ਼ਾਈਡਿੰਗ ਅਫਸਰ ਆਪਣੇ ਆਪਣੇ ਬੈਲਟ ਬਕਸਿਆਂ ਨੂੰ ਮੋਹਰਬੰਦ ਕਰਕੇ ਪ੍ਰੈਜ਼ਾਈਡਿੰਗ ਅਫਸਰਾਂ ਵਿੱਚੋਂ ਬਣਾਏ ਗਏ ਆਰਓ ਅਫਸਰ ਕੋਲ ਲੈ ਕੇ ਜਾਵੇਗਾ। ਪ੍ਰੈਜ਼ਾਈਡਿੰਗ ਅਫਸਰਾਂ ਵਿੱਚੋਂ ਚੁਣਿਆ ਗਿਆ ਰਿਟਰਨਿੰਗ ਅਫਸਰ ਭਾਵ ਆਰਓ ਮੋਹਰਬੰਦ ਬਕਸਿਆਂ ਦਾ ਨਿਰੀਖਣ ਕਰੇਗਾ ਅਤੇ ਮੌਜੂਦ ਏਜੰਟਾਂ ਨੂੰ ਵੀ ਇਹਨਾਂ ਬਕਸਿਆਂ ਦਾ ਨਿਰੀਖਣ ਕਰਨ ਦੀ ਆਗਿਆ ਦੇਵੇਗਾ। ਇਸ ਤੋਂ ਬਾਅਦ ਪ੍ਰੈਜ਼ਾਈਡਿੰਗ ਅਫਸਰਾਂ ਵਿੱਚੋਂ ਚੁਣਿਆ ਹੋਇਆ ਰਿਟਰਨਿੰਗ ਅਫਸਰ ਪ੍ਰੈਜ਼ਾਈਡਿੰਗ ਅਫਸਰਾਂ ਦੇ ਸਹਿਯੋਗ ਨਾਲ ਸਰਪੰਚ ਅਤੇ ਪੰਚ ਦੀ ਚੋਣ ਲਈ ਵੋਟਾਂ ਦੀ ਗਿਣਤੀ ਕਰਵਾਏਗਾ। ਇਸ ਤੋਂ ਬਾਅਦ ਉਹ ਹਰ ਉਮੀਦਵਾਰ ਨੂੰ ਪਈਆਂ ਵੋਟਾਂ ਦਾ ਸਮੁੱਚਾ ਲੇਖਾ ਫਾਰਮ ਨੰਬਰ 9 ਵਿੱਚ ਤਿਆਰ ਕਰੇਗਾ ਅਤੇ ਨਤੀਜੇ ਦਾ ਐਲਾਨ ਕਰੇਗਾ। ਅੱਗੇ ਹੈ ਵੋਟਾਂ ਦੀ ਗਿਣਤੀ ਦੌਰਾਨ ਰੱਦ ਕੀਤੇ ਜਾਣ ਵਾਲੇ ਬੈਲਟ ਪੇਪਰ। ਨੰਬਰ 1, ਜਿਸ ਬੈਲਟ ਪੇਪਰ ਤੇ ਕੋਈ ਨਿਸ਼ਾਨ ਜਾਂ ਲਿਖਤ ਹੋਵੇ ਜਿਸ ਨਾਲ ਵੋਟਰ ਦੀ ਪਛਾਣ ਕੀਤੀ ਜਾ ਸਕੇ। ਦੂਸਰਾ, ਜਿਸ ਦੇ ਐਕਸ ਮੋਹਰ ਨਾ ਲੱਗੀ ਹੋਵੇ। ਤੀਸਰਾ, ਰਿਟਰਨਿੰਗ ਅਫਸਰ ਦੀ ਤਸੱਲੀ ਹੋਵੇਗੀ ਬੈਲਟ ਪੇਪਰ ਜਾਲੀ ਜਾਂ ਬਨਾਵਟੀ ਹੈ। ਚੌਥਾ, ਕਿ ਜਿਸ ਦੀ ਸ਼ਨਾਖਤ ਨਹੀਂ ਹੋ ਪਾ ਰਹੀ ਕਿ ਇਸ ਤੇ ਲੱਗੀ ਮੋਹਰ ਕਿਸ ਉਮੀਦਵਾਰ ਤੇ ਲੱਗੀ ਹੈ। ਅੱਗੇ, ਜਿਸ ਦੇ ਵੋਟਰ ਵੱਲੋਂ ਕਿਸੇ ਉਮੀਦਵਾਰ ਦੇ ਹੱਕ ਵਿੱਚ ਐਕਸ ਮੋਹਰ ਨਾ ਲਗਾਈ ਗਈ ਹੋਵੇ। ਜਿਸ ਬੈਲਟ ਪੇਪਰ ਤੇ ਇੱਕ ਤੋਂ ਵੱਧ ਉਮੀਦਵਾਰਾਂ ਦੇ ਹੱਕ ਵਿੱਚ ਐਕਸ ਮੋਹਰ ਲਗਾਈ ਗਈ ਹੋਵੇ। ਹੁਣ ਅਸੀਂ ਆਪ ਜੀ ਦੇ ਸਾਹਮਣੇ ਚੋਣਾਂ ਨਾਲ ਸੰਬੰਧਿਤ ਕੁਝ ਫਾਰਮ ਪੇਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਹੈ ਪ੍ਰੈਜ਼ਾਈਡਿੰਗ ਡਾਇਰੀ। ਇਸ ਵਿੱਚ ਜਿਵੇਂ ਕਿ ਆਪ ਜੀ ਦੇਖ ਰਹੇ ਹੋ ਕਿ ਜ਼ਿਲ੍ਹਾ ਪੰਚਾਇਤ ਦਾ ਨਾਮ, ਵੋਟ ਪਰਚੀਆਂ ਦੇ ਸੀਰੀਅਲ ਨੰਬਰ ਆਦਿ ਆਪਾਂ ਭਰ ਸਕਦੇ। ਅੱਗੇ ਹੈ ਚੈੱਕ ਸਲਿੱਪ, ਉਸ ਤੋਂ ਬਾਅਦ ਐਡਰੈਸ ਟੈਗ ਜੋ ਕਿ ਆਪਾਂ ਬਕਸਿਆਂ ਤੇ ਲਗਾਉਣਾ ਹੈ, ਤੇ ਅੰਤ ਵਿੱਚ ਹੈ ਵੋਟਰ ਸਲਿੱਪ। ਉਮੀਦ ਕਰਦੇ ਹਾਂ ਕਿ ਸਾਡੀ ਇਹ ਵੀਡੀਓ ਆਪ ਜੀ ਲਈ ਲਾਹੇਵੰਦ ਹੋਵੇਗੀ ਤੇ ਚੋਣ ਪ੍ਰਕਿਰਿਆ ਵਿੱਚ ਆਪ ਜੀ ਦੀ ਸਹਾਇਤਾ ਕਰੇਗੀ। ਨਾਲ ਹੀ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਆਪ ਹੋਰ ਮੁਲਾਜ਼ਮ ਵਰਗ ਦੀ ਸਹਾਇਤਾ ਲਈ ਇਸ ਨੂੰ ਸ਼ੇਅਰ ਵੀ ਜ਼ਰੂਰ ਕਰੋਗੇ। ਧੰਨਵਾਦ।